ਡਾਕਟਰ ਨਰਿੰਦਰ ਸਿੰਘ ਕਪੂਰ ਦੀਆਂ ਕਹਾਣੀਆਂ, ਘਟਨਾਵਾਂ ਤੇ ਵੇਰਵੇ। ਯੂਨਾਨੀ ਲਿਖਤ। ਅੱਜ ਕੱਲ੍ਹ ਦੇ ਬੱਚੇ ਬਹੁਤ ਸ਼ਾਹਾਨਾ ਜੀਵਨ ਦੇ ਮਤਵਾਲੇ ਹਨ। ਉਹ ਦੂਜਿਆਂ ਦੇ ਕਮਾਏ ਪੈਸੇ ਦਿਖਾਵੇ 'ਤੇ ਖਰਚਦੇ ਹਨ। ਉਹ ਮਹਿੰਗੀਆਂ ਚੀਜ਼ਾਂ ਖਰੀਦ ਕੇ ਉਹਨਾਂ ਨੂੰ ਤੋੜਦੇ ਹਨ। ਉਹ ਗੁਸਤਾਖ ਹਨ, ਬਦ ਕਲਾਮ ਤੇ ਬਦਤਮੀਜ਼ ਹਨ, ਗਾਲਾਂ ਕੱਢਦੇ ਹਨ। ਉਹ ਨਿਯਮਾਂ ਕਾਨੂੰਨਾਂ ਨੂੰ ਨਫ਼ਰਤ ਕਰਦੇ ਹਨ। ਉਹ ਜਾਣ ਬੁੱਝ ਕੇ ਬਜ਼ੁਰਗਾਂ ਦਾ ਅਪਮਾਨ ਕਰਦੇ ਹਨ। ਉਹ ਉਦੇਸ਼ਹੀਣ ਜੀਵਨ ਦੇ ਅਭਿਲਾਸ਼ੀ ਹਨ। ਜਿੱਥੇ ਚੁੱਪ ਰਹਿਣ ਦੀ ਲੋੜ ਹੋਵੇ ਉੱਥੇ ਉੱਚੀ ਉੱਚੀ ਸ਼ੋਰ ਮਚਾਉਂਦੇ ਹਨ। ਕਸਰਤ ਉਹਨਾਂ ਨੂੰ ਪਸੰਦ ਨਹੀਂ, ਮਿਹਨਤ ਕਰਨੀ ਉਹ ਜਾਣਦੇ ਨਹੀਂ। ਉਹ ਬਦਮਾਸ਼ ਬਣਨਾ ਤੇ ਦਿਸਣਾ ਪਸੰਦ ਕਰਦੇ ਹਨ। ਘਰ ਦਾ ਕੋਈ ਕੰਮ ਉਹ ਕਰਦੇ ਨਹੀਂ। ਬਜ਼ੁਰਗਾਂ ਦੇ ਸਤਿਕਾਰ 'ਚੋਂ ਖਲੋਂਦੇ ਨਹੀਂ। ਮਾਪਿਆਂ ਨੂੰ ਵਿੱਚੋਂ ਟੋਕਦੇ ਹਨ। ਭੋਜਨ ਖਾਂਦੇ ਘੱਟ ਹਨ, ਜੂਠਾ ਵਧੇਰੇ ਛੱਡਦੇ ਹਨ। ਉਹ ਆਪਣੇ ਅਧਿਆਪਕਾਂ ਨੂੰ ਡਰਾਉਂਦੇ ਧਮਕਾਉਂਦੇ ਹਨ। ਇਹ ਵੇਰਵੇ 2400 ਸਾਲ ਪਹਿਲਾਂ ਦੀ ਇੱਕ ਯੂਨਾਨੀ ਲਿਖਤ ਵਿੱਚ ਦਰਜ ਹਨ। ਅਗਲੀ ਘਟਨਾ। ਭਾਰਤ ਵਿੱਚ ਅੰਗਰੇਜ਼ ਸਮਝਦੇ ਰਹੇ ਕਿ ਉਹ ਭਾਰਤੀਆਂ ਨੂੰ ਸੱਭਿਅਕ ਬਣਾ ਰਹੇ ਹਨ। ਪਰ ਜਲਿਆਂਵਾਲੇ ਬਾਗ ਦੀ ਘਟਨਾ ਉਪਰੰਤ ਅੰਗਰੇਜ਼ ਨਿਰੰਤਰ ਉੱਧੜਦੇ ਰਹੇ। ਭਾਰਤ ਵਿੱਚ ਚੱਲੇ ਸੁਤੰਤਰਤਾ ਅੰਦੋਲਨ ਤੇ ਅਹਿੰਸਾਵਾਦੀ ਸੱਤਿਆਗ੍ਰਹਿ ਦੇ ਦ੍ਰਿਸ਼ ਜਦੋਂ ਸਾਰੇ ਸੰਸਾਰ ਦੇ ਸਮਾਚਾਰ ਪੱਤਰਾਂ 'ਚ ਛਪੇ ਤੇ ਦੁਨੀਆ ਨੇ ਜਦੋਂ ਭਾਰਤੀਆਂ ਨੂੰ ਲਾਠੀਆਂ, ਗੋਲੀਆਂ, ਠੁੱਡੇ ਸ਼ਾਂਤ ਹੋ ਕੇ ਖਾਂਦੇ ਵੇਖਿਆ ਤਾਂ ਸੰਸਾਰ ਨੇ ਜਾਣ ਲਿਆ ਸੀ ਕਿ ਸੱਭਿਅਕ ਹੋਣ ਦੀ ਲੋੜ ਕਿਹਨਾਂ ਨੂੰ ਸੀ। ਅਗਲੀ ਘਟਨਾ। ਉਹ ਸਭ ਪ੍ਰਕਾਰ ਦੇ ਪਿਆਰ ਤੋਂ ਅਭਿੱਜ ਸੀ। ਮਾਂ ਦੇ ਪਿਆਰ ਤੋਂ, ਦੋਸਤਾਂ ਦੇ ਪਿਆਰ ਤੋਂ, ਕੁਦਰਤ ਦੇ ਪਿਆਰ ਤੋਂ। ਉਹ ਰੇਸਾਂ 'ਚ ਮੈਡਲ ਜਿੱਤਦਾ ਸੀ ਪਰ ਉਹਨੂੰ ਦੌੜਨਾ ਚੰਗਾ ਨਹੀਂ ਸੀ ਲੱਗਦਾ। ਉਹ ਚੰਗੇ ਨੰਬਰਾਂ ਨਾਲ ਪਾਸ ਹੁੰਦਾ ਸੀ ਪਰ ਉਹਦੀ ਪੜ੍ਹਨ 'ਚ ਕੋਈ ਰੁਚੀ ਨਹੀਂ ਸੀ। ਉਹ ਆਪਣਾ ਕੰਮ ਕਰਦਾ ਸੀ ਪਰ ਉਸ ਨੂੰ ਆਪਣਾ ਕਿੱਤਾ ਪਸੰਦ ਨਹੀਂ ਸੀ। ਉਹ ਕਵਿਤਾਵਾਂ ਚੰਗੀਆਂ ਲਿਖ ਲੈਂਦਾ ਸੀ ਪਰ ਉਸ ਦੀ ਕਵੀ ਕਹਾਉਣ 'ਚ ਕੋਈ ਦਿਲਚਸਪੀ ਨਹੀਂ ਸੀ। ਤੇ ਜਦੋਂ ਉਸ ਨੂੰ ਇੱਕ ਲੜਕੀ ਨਾਲ ਪਿਆਰ ਹੋ ਗਿਆ ਤਾਂ ਉਹਨੂੰ ਦੌੜਨਾ ਚੰਗਾ ਲੱਗਣ ਲੱਗ ਪਿਆ। ਪੜ੍ਹਨ ਵਿੱਚ ਰੁਚੀ ਜਾਗ ਪਈ, ਕੰਮ ਵਿੱਚ ਆਨੰਦ ਮਿਲਣ ਲੱਗ ਪਿਆ। ਕਵੀ ਦੇ ਨਾਲ ਗੀਤਕਾਰ ਵੀ ਬਣ ਗਿਆ। ਉਸ ਨੂੰ ਮਾਂ, ਦੋਸਤ, ਕੁਦਰਤ ਸਭ ਕੁਝ ਚੰਗਾ, ਆਪਣਾ ਮੁੱਲਵਾਨ ਤੇ ਨੇੜੇ ਲੱਗਣ ਲੱਗ ਪਿਆ। ਜਿਵੇਂ ਲਲਾਰੀ ਦੇ ਤਸਲੇ 'ਚ ਕੱਪੜੇ ਨੂੰ ਰੰਗ ਚੜ੍ਹਦਾ ਉਵੇਂ ਰੰਗਿਆ ਗਿਆ ਸੀ। ਉਹਨੂੰ ਪਿਆਰ ਦਾ ਰੰਗ ਚੜ੍ਹ ਗਿਆ ਸੀ। ਅਗਲੀ ਕਹਾਣੀ। ਕਿਸੇ ਦਾ ਘੋੜਾ ਕਿਧਰੇ ਚਲਾ ਗਿਆ। ਸਾਰੇ ਹਮਦਰਦੀ ਜਤਲਾ ਰਹੇ ਸਨ। ਮਾਲਕ ਨੇ ਕਿਹਾ, ਕੀ ਪਤਾ ਇਸ ਨੁਕਸਾਨ 'ਚ ਵੀ ਕੋਈ ਲਾਭ ਹੋਵੇ। ਲਗਭਗ ਸਾਲ ਮਗਰੋਂ ਉਹ ਘੋੜਾ 2 ਹੋਰ ਘੋੜਿਆਂ ਨਾਲ ਵਾਪਸ ਆ ਗਿਆ। ਲੋਕ ਵਧਾਈ ਦੇਣ ਆਏ। ਮਾਲਕ ਨੇ ਕਿਹਾ, ਕੀ ਪਤਾ ਇਸ ਲਾਭ ਵਿੱਚ ਵੀ ਨੁਕਸਾਨ ਲੁਕਿਆ ਹੋਵੇ। ਕੁਝ ਅਰਸੇ ਮਗਰੋਂ ਨਵੇਂ ਘੋੜੇ ਤੋਂ ਪੁੱਤਰ ਡਿੱਗ ਪਿਆ, ਲੰਗੜਾ ਹੋ ਗਿਆ। ਆਂਢੀਆਂ ਗੁਆਂਢੀਆਂ ਨੇ ਦੁੱਖ ਪ੍ਰਗਟਾਇਆ। ਪਿਤਾ ਨੇ ਕਿਹਾ, ਕਿਸਮਤ ਵਿੱਚ ਬਦਕਿਸਮਤੀ ਤੇ ਬਦਕਿਸਮਤੀ ਵਿੱਚ ਕਿਸਮਤ ਛੁਪੀ ਹੁੰਦੀ ਹੈ। ਕਈ ਵਾਰੀ ਭੈੜੀ ਗੱਲ ਸਮਾਂ ਪਾ ਕੇ ਚੰਗੀ ਗੱਲ ਸਾਬਤ ਹੁੰਦੀ ਹੈ। ਜੰਗ ਲੱਗ ਗਈ, ਜਬਰੀ ਭਰਤੀ ਹੋਣ ਲੱਗ ਪਈ। ਪੁੱਤਰ ਲੰਗੜਾ ਹੋਣ ਕਰਕੇ ਭਰਤੀ 'ਚ ਨਹੀਂ ਲਿਆ ਗਿਆ। ਜ਼ਿੰਦਗੀ ਲਾਭਾਂ ਹਾਨੀਆਂ ਦਾ ਇੱਕ ਲੰਮਾ ਸਿਲਸਿਲਾ ਹੈ। ਅਗਲੀ ਕਹਾਣੀ। ਮਨੁੱਖ ਵਿਰੋਧਾਂ ਦਾ ਮਿਲਗੋਭਾ ਹੈ। ਵਿਆਹ ਵੀ ਕਰਨਾ ਚਾਹੁੰਦਾ ਹੈ, ਕੁਆਰਿਆਂ ਵਾਂਗ ਆਜ਼ਾਦ ਵੀ ਰਹਿਣਾ ਚਾਹੁੰਦਾ ਹੈ, ਵਫਾਦਾਰ ਵੀ ਰਹਿਣਾ ਚਾਹੁੰਦਾ ਹੈ, ਹੋਰਾਂ ਨਾਲ ਅੱਖਾਂ ਵੀ ਮਿਲਾਉਂਦਾ ਹੈ, ਟਿਕਾਊ ਜੀਵਨ ਦਾ ਸੁੱਖ ਮਾਣਨਾ ਚਾਹੁੰਦਾ ਹੈ ਤੇ ਘੁੰਮ ਫਿਰ ਕੇ ਮੇਲਾ ਵੀ ਵੇਖਣਾ ਚਾਹੁੰਦਾ ਹੈ। ਖਤਰੇ ਮੁੱਲ ਲੈਂਦਾ ਹੈ ਪਰ ਸੁਰੱਖਿਆ ਲਈ ਵੀ ਤਾਂਘਦਾ ਹੈ। ਯਾਤਰੂ ਵੀ ਬਣਨਾ ਚਾਹੁੰਦਾ ਹੈ ਤੇ ਘਰ ਦੇ ਸੁੱਖ ਵੀ ਭਾਲਦਾ ਹੈ। ਜਦੋਂ ਉਮਰ ਤੇ ਸਮਾਂ ਮਿਹਨਤ ਕਰਨ ਦਾ ਹੋਵੇ ਉਸੇ ਸਮੇਂ ਮੌਜ ਮੇਲੇ ਵਾਲੀ ਵੇਲ ਵੀ ਮਾਣਨੀ ਚਾਹੁੰਦਾ ਹੈ। ਅਭਿਲਾਸ਼ੀ ਇਕਾਂਤ ਦਾ ਹੈ ਪਰ ਤਾਂਘਦਾ ਰੌਣਕ ਲਈ ਹੈ। ਉਹ ਜਦੋਂ ਵੀ, ਜਿੱਥੇ ਵੀ, ਜੋ ਕੁਝ ਵੀ ਕਰਦਾ ਹੈ ਉਸੇ ਵੇਲੇ ਉਸ ਵਿੱਚ ਕੁਝ ਹੋਰ ਕਰਨ ਦੀ ਇੱਛਾ ਜਾਗ ਪੈਂਦੀ ਹੈ ਕਿਉਂਕਿ ਉਹ ਮਨੁੱਖ ਹੈ। ਅਗਲਾ ਵੇਰਵਾ।
ਕਾਲੇ ਬਾਂਸ ਦਾ ਬੀਜ ਬਹੁਤ ਸਖਤ ਛਿਲਕੇ ਵਾਲਾ ਹੁੰਦਾ ਹੈ। ਇਸ ਬੀਜ ਨੂੰ ਧਰਤੀ ਅੰਦਰ ਬੜੀ ਸਖਤ ਜੱਦੋਜਹਿਦ ਕਰਨੀ ਪੈਂਦੀ ਹੈ। ਇਸ ਨੂੰ ਬੀਜਣ ਮਗਰੋਂ ਹਰ ਹਫ਼ਤੇ ਖਾਦ ਪਾਉਣੀ ਅਤੇ ਪਾਣੀ ਲਾਉਣਾ ਪੈਂਦਾ ਹੈ। ਪਹਿਲੇ ਸਾਲ ਕੁਝ ਨਹੀਂ ਹੁੰਦਾ, ਦੂਜੇ ਸਾਲ ਵੀ ਕੁਝ ਨਹੀਂ ਹੁੰਦਾ, ਤੀਜੇ ਅਤੇ ਚੌਥੇ ਸਾਲ ਵੀ ਕੁਝ ਨਹੀਂ ਹੁੰਦਾ। ਪੰਜਵਾਂ ਸਾਲ ਲੰਘਣ ਮਗਰੋਂ ਅੰਕੁਰ ਫੁੱਟਦਾ ਹੈ ਅਤੇ 6 ਹਫ਼ਤਿਆਂ 'ਚ ਬਾਂਸ 40 ਫੁੱਟ ਉੱਚਾ ਹੋ ਜਾਂਦਾ ਹੈ, ਲਗਭਗ 1 ਫੁੱਟ ਹਰ ਰੋਜ਼। ਵੇਖਣ ਵਾਲੇ ਕਹਿੰਦੇ ਹਨ ਇਹ ਕੇਵਲ 6 ਹਫ਼ਤੇ 'ਚ 40 ਫੁੱਟ ਵਧਿਆ ਹੈ, ਪਰ ਖਾਦ ਪਾਉਣ ਅਤੇ ਪਾਣੀ ਲਾਉਣ ਵਾਲਾ ਕਹਿੰਦਾ ਹੈ ਇਹ 5-6 ਸਾਲਾਂ ਦੇ ਲੰਮੇ ਅਰਸੇ 'ਚ ਕੁੱਲ 40 ਫੁੱਟ ਹੀ ਵਧਿਆ ਹੈ। ਅਗਲਾ ਵੇਰਵਾ। ਕਵਿਤਾ ਦੀ ਸੂਖਮ ਸੂਝ ਤੋਂ ਬਿਨਾਂ ਪਹਾੜ ਪੱਥਰਾਂ ਦਾ ਢੇਰ ਹੀ ਪ੍ਰਤੀਤ ਹੋਣਗੇ। ਮੀਂਹ ਵਿੱਚੋਂ ਕੇਵਲ ਚਿੱਕੜ ਹੀ ਦਿਸੇਗਾ। ਸੂਰਜ ਦੇ ਅਰਥ ਕੇਵਲ ਅੱਗ ਰਹਿ ਜਾਣਗੇ। ਦੂਰ ਦੁਰਾਡੀਆਂ ਧਰਤੀਆਂ ਕੇਵਲ ਭੂਗੋਲ ਬਣ ਜਾਣਗੀਆਂ। ਸਾਗਰ ਵੱਡਾ ਛੱਪੜ ਹੀ ਲੱਗੇਗਾ। ਪੰਛੀਆਂ ਦੇ ਗੀਤ ਚੀਕ ਚਿਹਾੜਾ ਹੋ ਨਿਬੜਨਗੇ। ਜੰਗਲ ਦਰਖਤਾਂ ਦੀ ਭੀੜ ਹੀ ਲੱਗੇਗਾ। ਖੇਤ ਅਕਾਊ ਹਰੇ ਮੈਦਾਨ ਹੀ ਪ੍ਰਤੀਤ ਹੋਣਗੇ। ਫੁੱਲਾਂ ਵੱਲ ਕਿਸੇ ਦਾ ਧਿਆਨ ਨਹੀਂ ਜਾਏਗਾ। ਤਾਰੇ ਸੈਨਤਾ ਨਹੀਂ ਮਾਰਨਗੇ। ਪੂਰਨਮਾਸ਼ੀ ਦਾ ਚੰਨ ਚੂਨੇ ਦਾ ਗੋਲਾ ਹੀ ਦਿਖਾਈ ਦੇਵੇਗਾ। ਮਨੁੱਖ ਹੱਡ ਮਾਸ ਦੀ ਪੋਟਲੀ ਹੀ ਨਜ਼ਰ ਆਏਗਾ। ਇੱਕ ਕਵਿਤਾ ਹੀ ਹੈ ਜਿਹੜੀ ਪਹਾੜਾਂ ਵਿੱਚੋਂ ਸ਼ਕਤੀ, ਸੂਰਜ ਵਿੱਚੋਂ ਗਿਆਨ, ਸਾਗਰ ਵਿੱਚੋਂ ਜੀਵਨ, ਜੰਗਲ ਵਿੱਚੋਂ ਕੁਦਰਤ, ਖੇਤਾਂ ਵਿੱਚੋਂ ਖੁਰਾਕ, ਤਾਰਿਆਂ ਵਿੱਚੋਂ ਸੁਨੇਹੇ ਅਤੇ ਮਨੁੱਖ ਵਿੱਚੋਂ ਆਤਮਾ ਅਤੇ ਸੁੰਦਰਤਾ ਵਿੱਚੋਂ ਪਰਮਾਤਮਾ ਵੇਖਦੀ ਵਿਖਾਉਂਦੀ ਹੈ। ਅਗਲੀ ਘਟਨਾ। ਹਰ ਕਿਸੇ ਦੇ ਪ੍ਰਸਿੱਧ ਹੋਣ ਦਾ ਆਪਣਾ ਵੱਖਰਾ ਅੰਦਾਜ਼ ਹੁੰਦਾ ਹੈ। ਸਲੋਮੀ ਨਾਂ ਦੀ ਰੂਸੀ ਇਸਤਰੀ ਫਲਸਫੇ ਦੀ ਵਿਦਵਾਨ ਸੀ। ਉਹ ਸੁੰਦਰਤਾ ਅਤੇ ਗਿਆਨ ਦਾ ਅਨੋਖਾ ਸੁਮੇਲ ਸੀ। ਉਹ ਪਾਲ ਨਾਂ ਦੇ ਵਿਅਕਤੀ ਨਾਲ ਲੰਮੀਆਂ ਮੁਲਾਕਾਤਾਂ ਕਰਦੀ ਸੀ। ਪਾਲ ਨੇ ਉਹਨੂੰ ਵਿਆਹ ਲਈ ਕਿਹਾ, ਪਰ ਸਲੋਮੀ ਨੇ ਨਾਂਹ ਕਰ ਦਿੱਤੀ। ਉਸ ਸਮੇਂ ਜਰਮਨ ਫਿਲਾਸਫਰ ਨੀਤਸ਼ੇ ਪਾਲ ਦਾ ਦੋਸਤ ਸੀ। ਪਾਲ ਨੇ ਨੀਤਸ਼ੇ ਨੂੰ ਆਪਣੇ ਕੋਲ ਰਹਿਣ ਲਈ ਬੁਲਾਇਆ। ਫਿਰ ਉਹ ਤਿੰਨੋਂ ਫਲਸਫੇ ਦੇ ਵਿਸ਼ੇ ਵਿਚਾਰਦੇ ਰਹਿੰਦੇ ਸਨ। ਸਲੋਮੀ ਦੀਆਂ ਅੱਖਾਂ 'ਚ ਜਾਦੂ ਸੀ। ਹਰ ਕੋਈ ਉਹਨਾਂ ਵਿੱਚ ਤਿਲਕ ਕੇ ਗੋਤੇ ਖਾਣ ਲੱਗ ਪੈਂਦਾ ਸੀ। ਪਾਲ ਜਦੋਂ ਕਿਧਰੇ ਚਲਾ ਜਾਂਦਾ ਤਾਂ ਨੀਤਸ਼ੇ ਸਲੋਮੀ ਨੂੰ ਇਕੱਲਿਆਂ ਮਿਲਦਾ ਰਿਹਾ। ਨੀਤਸ਼ੇ ਨੇ ਸਲੋਮੀ ਨੂੰ ਵਿਆਹ ਕਰਨ ਲਈ ਕਿਹਾ। ਸਲੋਮੀ ਨੇ ਨਾ ਕੇਵਲ ਇਨਕਾਰ ਕੀਤਾ, ਸਗੋਂ ਨੀਤਸ਼ੇ ਨੂੰ ਝਿੜਕਿਆ ਅਤੇ ਉਹਨੂੰ ਪਰੰਪਰਾਵਾਦੀ ਦੱਸਿਆ। ਪਰ ਨੀਤਸ਼ੇ ਨੇ ਇਨਕਾਰ ਦੇ ਬਾਵਜੂਦ ਆਸ ਨਹੀਂ ਛੱਡੀ। ਜਦੋਂ ਸਲੋਮੀ ਉਸ ਸ਼ਹਿਰ ਨੂੰ ਛੱਡ ਕੇ ਗਈ ਤਾਂ ਜਾਣ ਵੇਲੇ ਵਿਸ਼ੇਸ਼ ਤੌਰ 'ਤੇ ਕਹਿ ਕੇ ਗਈ ਕਿ ਉਹ ਕਿਸੇ ਵੀ ਹਾਲਤ ਵਿੱਚ ਨੀਤਸ਼ੇ ਨਾਲ ਵਿਆਹ ਨਹੀਂ ਕਰਵਾਏਗੀ। ਮਗਰੋਂ ਉਹ ਨੀਤਸ਼ੇ ਦਾ ਦਿਲ ਤੋੜਨ ਵਾਲੀ ਸਲੋਮੀ ਵਜੋਂ ਪ੍ਰਸਿੱਧ ਹੋਏ। ਅਗਲੀ ਘਟਨਾ। ਵਿਸ਼ਵ ਦੇ ਪ੍ਰਸਿੱਧ ਸੰਗੀਤਕਾਰ ਮੋਜ਼ਾਰਟ ਤੇ ਹੇਡਨ ਇੱਕ ਦੂਜੇ ਦੇ ਦੋਸਤ, ਕਦਰਦਾਨ, ਸਹਾਇਕ, ਪ੍ਰਸ਼ੰਸਕ ਤੇ ਦੀਵਾਨੇ ਸਨ। ਇੱਕ ਵਾਰੀ ਮੋਜ਼ਾਰਟ ਨੇ ਇੱਕ ਹੋਰ ਵੱਡੇ ਸੰਗੀਤਕਾਰ ਨੂੰ ਕਿਹਾ, ਜੇ ਤੂੰ ਤੇ ਮੈਂ ਪਿਘਲ ਕੇ ਇੱਕ ਹੋ ਜਾਈਏ ਤਾਂ ਵੀ ਅਸੀਂ ਇੱਕ ਹੇਡਨ ਨਹੀਂ ਬਣ ਸਕਦੇ। ਇਵੇਂ ਇੱਕ ਵਾਰੀ ਹੇਡਨ ਨੇ ਮੋਜ਼ਾਰਟ ਬਾਰੇ ਕਿਹਾ ਸੀ ਕਿ ਜੇ ਸੰਗੀਤ ਪ੍ਰੇਮੀਆਂ ਦਾ ਵਸ ਚੱਲੇ ਤਾਂ ਹਰ ਕੋਈ ਆਪਣੇ ਦੇਸ਼ ਦੀਆਂ ਹੱਦਾਂ ਸਰਹੱਦਾਂ ਨੂੰ ਇਸ ਢੰਗ ਨਾਲ ਬਦਲ ਲਏਗਾ ਕਿ ਮੋਜ਼ਾਰਟ ਦਾ ਘਰ ਉਹਦੇ ਦੇਸ਼ 'ਚ ਆ ਜਾਵੇ। ਅਗਲੀ ਘਟਨਾ। ਕਾਰਖਾਨੇ ਵਿੱਚ ਇੱਕ ਮਜ਼ਦੂਰ ਕੰਮ ਕਰਦਿਆਂ ਗਾਉਂਦਾ ਸੀ। ਮਾਲਕ ਨੇ ਸੁਣਿਆ, ਸੋਚਿਆ ਜਿਹੜਾ ਕੰਮ ਕਰਦਿਆਂ ਚੰਗਾ ਗਾਉਂਦਾ ਹੈ ਉਹ ਕੰਮ ਵੀ ਚੰਗਾ ਕਰਦਾ ਹੋਏਗਾ। ਫੋਰਮੈਨ ਨੂੰ ਉਹਦੀ ਤਰੱਕੀ ਕਰਨ ਲਈ ਕਿਹਾ। ਫਿਰ ਕਿਹਾ ਉਹਦਾ ਅਹੁਦਾ ਉੱਚਾ ਕਰਕੇ ਉੱਥੇ ਲਾਓ ਜਿੱਥੇ ਮੈਂ ਆਪਣੇ ਕੈਬਿਨ ਵਿੱਚੋਂ ਉਹਦੇ ਗਾਉਣ ਨੂੰ ਸੁਣ ਸਕਾਂ। ਤਰੱਕੀ ਕਰਦਿਆਂ ਕਰਦਿਆਂ ਉਹ ਸਭ ਤੋਂ ਉੱਚੇ ਅਹੁਦੇ 'ਤੇ ਪਹੁੰਚ ਗਿਆ ਸੀ। ਨਿਰਸੰਦੇਹ ਉਸ ਵਿੱਚ ਯੋਗਤਾ ਵੀ ਸੀ। ਉਹਨੇ ਮਿਹਨਤ ਵੀ ਕੀਤੀ, ਪਰ ਮਾਲਕ ਵੱਲੋਂ ਉਸ ਨੂੰ ਗਾਉਂਦਿਆਂ ਸੁਣਨਾ ਸਬੱਬੀ ਕਿਸਮਤ ਵਾਲਾ ਅਵਸਰ ਸੀ। ਜੇ ਮਾਲਕ ਬੋਲਾ ਹੁੰਦਾ, ਜੇ ਮਾਲਕ ਨੂੰ ਉਹਦਾ ਗਾਉਣਾ ਵਿਘਨ ਪਾਊ ਲੱਗਦਾ ਜਾਂ ਧਿਆਨ ਖਿੰਡਾਉਣ ਵਾਲਾ ਪ੍ਰਤੀਤ ਹੁੰਦਾ, ਉਹ ਫੋਰਮੈਨ ਨੂੰ ਕਹਿ ਸਕਦਾ ਸੀ
ਕਿ ਉਹਨੂੰ ਕਹੋ ਚੁੱਪ ਕਰਕੇ ਕੰਮ ਕਰੇ, ਮੂੰਹ ਬੰਦ ਰੱਖਿਆ ਕਰੇ ਤੇ ਧਿਆਨ ਕੰਮ 'ਚ ਲਾਇਆ ਕਰੇ। ਮਾਲਕ ਆਪ ਵੀ ਉਹਨੂੰ ਝਾੜ ਪਾ ਕੇ ਕਹਿ ਸਕਦਾ ਸੀ, ਜੇ ਕਿਸੇ ਗਾਉਣ ਵਾਲੇ ਦੀ ਲੋੜ ਪਈ ਤਾਂ ਅਸੀਂ ਇੱਕ ਗਵੱਈਆ ਰੱਖ ਲਾਂਗੇ। ਕਿਸਮਤ ਉਹਦੀ ਗਾਉਣ ਕਾਰਨ ਨਹੀਂ ਜਾਗੀ, ਮਾਲਕ ਨੂੰ ਜਚਣ ਕਾਰਨ ਜਾਗੀ। ਮਾਲਕ ਨੂੰ ਜਚਣ ਕਾਰਨ ਜਾਗੀ। ਕਿਸਮਤ ਨੇ ਜਦੋਂ ਜਾਗਣਾ ਹੁੰਦਾ ਹੈ, ਉਹ ਸਬੱਬ ਆਪੇ ਲੱਭ ਲੈਂਦਾ। ਅਗਲੀ ਘਟਨਾ। ਨਾਚ ਜ਼ਿੰਦਗੀ ਦਾ ਜਸ਼ਨ ਹੁੰਦਾ ਹੈ। ਨੱਚਣਾ ਇਸਤਰੀ ਦਾ ਸੁਭਾਵਕ ਲੱਛਣ ਹੈ, ਕਿਉਂਕਿ ਇਸਤਰੀ ਹਰ ਜਸ਼ਨ ਦਾ ਭਾਗ ਹੁੰਦੀ ਹੈ। ਆਪਣੇ ਨਾਚ ਨਾਲ ਇਸਤਰੀ ਪਹਿਲਾਂ ਵੇਖਣ ਵਾਲਿਆਂ ਦੀ ਥਕਾਵਟ ਹੂੰਝਦੀ ਹੈ, ਫਿਰ ਵਾਤਾਵਰਨ ਵਿੱਚੋਂ ਅਕੇਵਾਂ ਦੂਰ ਕਰਦੀ ਹੈ, ਫਿਰ ਉਹ ਹਰ ਕਿਸੇ ਨੂੰ ਸਮੂਹ ਦਾ ਭਾਗ ਬਣਾਉਂਦੀ ਹੈ। ਆਪਣੀਆਂ ਬਾਹਾਂ ਉੱਚੀਆਂ ਲਿਜਾ ਕੇ ਦਰਸ਼ਕਾਂ ਦੀ ਮਾਨਸਿਕ ਪੱਧਰ ਉੱਚੀ ਚੁੱਕਦੀ ਹੈ। ਉਹ ਧਰਤੀ ਤੇ ਅਰਸ਼ ਵਿਚਕਾਰ ਇੱਕ ਲਹਿ ਸਿਰਜਦੀ, ਆਲੇ ਦੁਆਲੇ ਨੂੰ ਸਜੀਵ ਕਰਦੀ, ਹਰ ਕਿਸੇ ਵਿੱਚ ਜ਼ਿੰਦਗੀ ਦਾ ਜੋਸ਼ ਤੇ ਉਤਸ਼ਾਹ ਭਰਦੀ ਹੈ। ਉਹਦੇ ਪੈਰ ਘੁੱਗੀਆਂ ਵਾਂਗ ਠਖੇਲੀਆਂ ਕਰਦੇ, ਉਹਦੇ ਹੱਥ ਜ਼ਿੰਦਗੀ ਦੀਆਂ ਗੁੰਝਲਾਂ ਖੋਲ੍ਹਦੇ, ਦਰਸ਼ਕਾਂ ਦੀਆਂ ਅੱਖਾਂ ਨੂੰ ਨੱਚਣ ਤੇ ਕੰਨਾਂ ਨੂੰ ਗਾਉਣ ਲਾ ਦਿੰਦੇ ਹਨ। ਅਨੁਭਵ ਦੇ ਦੁਆਰ ਖੁੱਲ੍ਹ ਜਾਂਦੇ ਹਨ, ਅੰਗਾਂ 'ਚ ਰੌਣਕ ਭਰ ਜਾਂਦੀ ਹੈ, ਅੱਖਾਂ 'ਚ ਚਮਕ ਆ ਜਾਂਦੀ ਹੈ, ਦਿਲ ਜਾਗ ਪੈਂਦਾ ਹੈ, ਹਰ ਕੋਈ ਜਵਾਨ ਮਹਿਸੂਸ ਕਰਦਾ ਹੈ। ਵੇਖਣ ਸੁਣਨ ਵਾਲਿਆਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਤਬਲਾ ਪੈਰਾਂ ਦੀ ਤਾਲ ਨਾਲ ਵੱਜ ਰਿਹਾ ਹੁੰਦਾ ਹੈ ਜਾਂ ਪੈਰ ਤਬਲੇ ਨੂੰ ਨਚਾ ਰਹੇ ਹੁੰਦੇ ਹਨ। ਸਰੀਰ ਨਾਲ ਨੱਚਦੀ ਨੱਚਦੀ ਉਹ ਆਤਮਾ ਦੇ ਦਰਸ਼ਨ ਕਰਵਾ ਜਾਂਦੀ ਹੈ। ਅਗਲੀ ਘਟਨਾ। ਜਿਸ ਨੇ ਵੀ ਪ੍ਰਸਿੱਧੀ ਪ੍ਰਾਪਤ ਕੀਤੀ ਹੈ, ਉਸ ਨੂੰ ਆਪਣੇ ਖੇਤਰ ਤੋਂ ਬਾਹਰ ਕਈ ਸਧਾਰਨ ਕੰਮ ਕਰਨੇ ਪਏ ਸਨ। ਪ੍ਰਸਿੱਧ ਅੰਗਰੇਜ਼ੀ ਕਵੀ ਚੌਸਰ ਪਹਿਲਾਂ ਫੌਜ ਦੀ ਤੇ ਮਗਰੋਂ ਚੁੰਗੀ ਕਲਰਕ ਦੀ ਨੌਕਰੀ ਕਰਦਾ ਸੀ। ਪ੍ਰਸਿੱਧ ਨਿਬੰਧਕਾਰ ਬੇਕਨ ਪਹਿਲਾਂ ਵਕਾਲਤ ਕਰਦਾ ਸੀ। ਪ੍ਰਸਿੱਧ ਨਾਟਕਕਾਰ ਸ਼ੇਕਸਪੀਅਰ ਨਾਟਘਰ 'ਚ ਪਰਦੇ ਖਿੱਚਦਾ ਸੀ। ਗਣਿਤ ਸ਼ਾਸਤਰੀ ਗਲੀਲੀਓ ਪਹਿਲਾਂ ਕੰਪਾਊਂਡਰ ਸੀ। ਵਿਗਿਆਨੀ ਨਿਊਟਨ ਇੱਕ ਟਕਸਾਲ 'ਚ ਕੰਮ ਕਰਦਾ ਸੀ। ਪ੍ਰਸਿੱਧ ਸੰਗੀਤ ਡਾਇਰੈਕਟਰ ਨੌਸ਼ਾਦ ਹਾਰਮੋਨੀਅਮਾਂ ਦੀ ਮੁਰੰਮਤ ਕਰਦਾ ਸੀ। ਪ੍ਰਸਿੱਧ ਪੰਜਾਬੀ ਕਵੀ ਸ਼ਿਵ ਕੁਮਾਰ ਬਟਾਲਵੀ ਪਹਿਲਾਂ ਪਟਵਾਰੀ ਸੀ। ਅਗਲਾ ਵੇਰਵਾ। ਪੱਕੇ ਕਰਮਚਾਰੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਚਾਹ ਪੀਣ, ਆਰਾਮ ਕਰਨ, ਮਟਰ ਗਸ਼ਤੀ ਕਰਨ, ਗੱਪਾਂ ਮਾਰਨ, ਕਹਾਣੀਆਂ ਸੁਣਾਉਣ, ਲਤੀਫੇ ਸੁਣਨ, ਪਤਨੀਆਂ ਤੇ ਬੱਚਿਆਂ ਬਾਰੇ ਗੱਲਾਂ ਕਰਨ, ਮਹੀਨੇਵਾਰ ਕਮੇਟੀ ਦੀ ਨਿਲਾਮੀ ਵਿਚਾਰਨ, ਦੂਜਿਆਂ ਦਾ ਵਿਹਾਰ ਭੰਡਣ, ਛੁੱਟੀਆਂ ਦਾ ਪ੍ਰੋਗਰਾਮ ਬਣਾਉਣ, ਮਹਿੰਗਾਈ ਭੱਤੇ ਦੀ ਕਿਸ਼ਤ ਵਿਚਾਰਨ, ਅਫਸਰ ਦੀ ਨਿੰਦਾ ਕਰਨ, ਪੈਸੇ ਪਾ ਕੇ ਪਾਰਟੀ ਕਰਨ, ਦਫ਼ਤਰੀ ਕਾਗਜ਼ਾਂ ਤੇ ਘਰ ਲਈ ਪਰਚੂਨ ਖਰੀਦਣ ਦੀ ਸੂਚੀ ਬਣਾਉਣ, ਕ੍ਰਿਕਟ ਦਾ ਸਕੋਰ ਪੁੱਛਣ, ਮੋਬਾਈਲ ਫੋਨ ਕਰਨ ਤੇ ਸੁਣਨ ਤੋਂ ਜੋ ਤੇ ਜਦੋਂ ਕੁਝ ਸਮਾਂ ਬਚ ਜਾਏ, ਉਸ ਵਿੱਚ ਨਿਰੰਤਰ ਮੁਲਤਵੀ ਕੀਤੇ ਜਾ ਰਹੇ ਸਰਕਾਰੀ ਕੰਮ ਨੂੰ ਕਰਨ ਦੀ ਕਿਰਪਾਲਤਾ ਕੀਤੀ ਜਾਵੇ। ਅਗਲਾ ਵੇਰਵਾ। ਮਨੁੱਖ ਗਲਤੀਆਂ ਐਵੇਂ ਨਹੀਂ ਕਰਦਾ, ਚੰਗੀ ਤਰ੍ਹਾਂ ਸੋਚ ਸਮਝ ਕੇ ਪੂਰੀ ਨਿਪੁੰਨਤਾ ਨਾਲ ਕਰਦਾ ਹੈ। ਘੱਟ ਖਾਣ ਦਾ ਫੈਸਲਾ ਕਰਦਾ ਹੈ, ਪਰ ਪਲੇਟ ਵਿੱਚ ਤਸਲੇ ਜਿੰਨਾ ਸਮਾਨ ਪਾ ਲੈਂਦਾ ਹੈ। ਗਲਤੀਆਂ ਨੂੰ ਦੁਹਰਾਉਣਾ ਮਨੁੱਖ ਦਾ ਸੁਭਾਅ ਹੈ। ਉਂਝ ਉਹ ਨਿੱਕੀ ਨਿੱਕੀ ਗੱਲ ਸੰਬੰਧੀ ਸਲਾਹ ਕਰਦਾ ਹੈ, ਪਰ ਬਰਬਾਦ ਹੋਣ ਵੇਲੇ ਉਹ ਕਿਸੇ ਨੂੰ ਨਹੀਂ ਪੁੱਛਦਾ। ਇਤਿਹਾਸ ਦਾ ਗਿਆਨ ਮਨੁੱਖ ਨੂੰ ਤਬਾਹੀ ਤੋਂ ਨਹੀਂ ਰੋਕ ਸਕਦਾ। ਗਿਆਨ ਇਹੀ ਦੱਸ ਸਕਦਾ ਹੈ ਕਿ ਜਿਹੜਾ ਤਬਾਹ ਹੋਇਆ ਹੈ ਉਹ ਕਿਵੇਂ ਕਿਉਂ ਤਬਾਹ ਹੋਇਆ, ਤੇ ਜੋ ਬਰਬਾਦ ਹੋਣ ਤੋਂ ਬਚ ਗਿਆ ਉਹ ਕਿਵੇਂ ਬਚਿਆ। ਮਨੁੱਖ ਪੁਰਾਣੀਆਂ ਗਲਤੀਆਂ ਨੂੰ ਤਿਆਗਦਾ ਨਹੀਂ, ਨਵੀਆਂ ਨੂੰ ਅਪਣਾ ਲੈਂਦਾ ਹੈ। ਮਨੁੱਖ ਦੀ ਦਿਲਚਸਪੀ ਠੀਕ ਫੈਸਲੇ ਕਰਨ 'ਚ ਤਾਂ ਹੁੰਦੀ ਹੈ, ਪਰ ਠੀਕ ਫੈਸਲਾ ਕਰਕੇ ਉਹ ਅਕਸਰ ਕਾਰਜ ਗਲਤ ਕਰਨ ਲੱਗ ਜਾਂਦਾ ਹੈ। ਉਹ ਕੰਮ ਦਾ ਮਹੱਤਵ ਸਮਝਦਾ ਹੈ, ਪਰ ਕੰਮ ਨੂੰ ਮੁਲਤਵੀ ਕਰਦਾ ਰਹਿੰਦਾ ਹੈ। ਪੈਸੇ ਕਮਾਉਂਦਿਆਂ ਬੜੀ ਸਿਆਣਪ ਵਿਖਾਉਂਦਾ ਹੈ, ਪਰ ਖਰਚਦਾ ਮੂਰਖਾਂ ਵਾਂਗ ਹੈ। ਉਹ ਗਲਤੀ ਕਰਕੇ ਜਾਣਦਾ ਹੈ, ਉਹ ਗਲਤੀ ਕਰਦਾ ਜਾਣ ਕੇ ਹੈ, ਪਰ ਕਹਿੰਦਾ ਹੈ ਹੋ ਗਈ ਹੈ। ਅਗਲੀ ਘਟਨਾ। ਕਈ ਗੱਲਾਂ ਅਜਿਹੀਆਂ ਹੁੰਦੀਆਂ ਹਨ ਜਿਹੜੀਆਂ ਸਧਾਰਨ ਲੋਕ ਕਰਨ ਤਾਂ ਹਾਸੋਹੀਣੀਆਂ ਲੱਗਦੀਆਂ ਹਨ, ਪਰ ਜੇ ਉਹੀ ਗੱਲਾਂ ਪ੍ਰਸਿੱਧ ਵਿਅਕਤੀ ਕਰਨ ਤਾਂ ਮਹੱਤਵਪੂਰਨ ਸਮਝੀਆਂ ਜਾਂਦੀਆਂ ਹਨ। ਇੰਗਲੈਂਡ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਡਿਜ਼ਰੇਲੀ ਕੋਲ 2 ਸੋਟੀਆਂ ਸਨ। ਉਹਨਾਂ ਦੋਹਾਂ ਦੇ ਰੰਗ ਵੱਖਰੇ ਸਨ।
ਇੱਕ ਸੋਟੀ ਉਹ ਦੁਪਹਿਰ ਤੱਕ ਵਰਤਦਾ ਸੀ, ਦੂਜੀ ਸ਼ਾਮ ਨੂੰ ਵਰਤਣ ਲਈ। ਉਹ ਜਿੱਥੇ ਵੀ ਹੁੰਦਾ ਦੁਪਹਿਰ ਵੇਲੇ ਉਹ ਸੋਟੀ ਬਦਲਦਾ ਸੀ ਅਤੇ ਜਦੋਂ ਲੋਕ ਉਹਨੂੰ ਵੇਖਦੇ ਮਿਲਦੇ ਸਨ ਤਾਂ ਪਹਿਲਾਂ ਉਹਦੀ ਸੋਟੀ ਵੇਖਦੇ ਸਨ। ਡਿਜ਼ਰੇਲੀ ਦੀ ਸੋਟੀ ਡਿਜ਼ਰੇਲੀ ਨਾਲੋਂ ਵਧੇਰੇ ਪ੍ਰਸਿੱਧ ਸੀ। ਅਗਲਾ ਵੇਰਵਾ, ਨਖਰੇਲੋ ਇਸਤਰੀ ਜਾਂ ਬਾਂਕਾ ਪੁਰਸ਼ ਇਸ ਲਈ ਪ੍ਰਭਾਵਿਤ ਕਰਦੇ ਹਨ ਕਿਉਂਕਿ ਅਸੀਂ ਉਹਨਾਂ ਨੂੰ ਕਿਸੇ ਵੰਨਗੀ 'ਚ ਨਹੀਂ ਰੱਖ ਸਕਦੇ। ਨਖਰੇਲੋ ਇਸਤਰੀ ਅਤੇ ਬਾਂਕੇ ਪੁਰਸ਼ ਦੀ ਸ਼ਖਸੀਅਤ ਵਿੱਚ ਵਿਸ਼ੇਸ਼ ਪ੍ਰਕਾਰ ਦੀ ਸੁਤੰਤਰਤਾ, ਲਾਪਰਵਾਹੀ, ਖੁੱਲ੍ਹ, ਦਲੇਰੀ, ਸਵੈ ਵਿਸ਼ਵਾਸ, ਹਿੰਮਤ ਅਤੇ ਪਹਿਲ ਕਰਨ ਦੀ ਜੁਰਤ ਹੁੰਦੀ ਹੈ। ਇਹ ਇਸ ਲਈ ਪ੍ਰਭਾਵਿਤ ਕਰਦੇ ਹੈ ਕਿਉਂਕਿ ਲੋਕ ਵਖਰੇਵਿਆਂ ਵੱਲ ਵਧੇਰੇ ਧਿਆਨ ਦਿੰਦੇ ਹੈ, ਸਾਂਝਾਂ 'ਚ ਦਿਲਚਸਪੀ ਘੱਟ ਲੈਂਦੇ ਹੈ। ਬਾਂਕੇ ਵਿਅਕਤੀ ਸਮਾਜਿਕ ਪਰੰਪਰਾਵਾਂ ਅਤੇ ਰਹੁ ਰੀਤਾਂ ਦੀ ਪਰਵਾਹ ਨਹੀਂ ਕਰਦੇ। ਉਹ ਸਭ ਕੁਝ ਆਪਣੇ ਢੰਗ ਨਾਲ ਕਰਦੇ ਹਨ, ਜਿਸ ਕਾਰਨ ਉਹ ਵੱਖਰੇ ਨਹੀਂ ਨਿਆਰੇ ਵੀ ਹੁੰਦੇ ਹਨ। ਇਸੇ ਕਰਕੇ ਲੋਕ ਇਹਨਾਂ ਦੀਆਂ ਗੱਲਾਂ ਕਰਦੇ ਹਨ। ਜਦੋਂ ਇੱਕ ਸਮਾਗਮ ਵਿੱਚ ਬਿਜਲੀ ਗਈ ਹੋਈ ਸੀ ਤਾਂ ਮੋਮਬੱਤੀ ਦੀ ਮੱਧਮ ਰੌਸ਼ਨੀ ਵੇਲੇ ਵਾਲੇ ਹਨੇਰੇ 'ਚ ਇੱਕ ਸੋਹਣੀ ਇਸਤਰੀ ਦਾ ਕੁਝ ਡਿੱਗ ਪਿਆ। ਇੱਕ ਬਾਂਕਾ ਉੱਠਿਆ। ਉਹਨੇ ਬੜੇ ਸੁਭਾਵਕ ਅੰਦਾਜ਼ ਵਿੱਚ ਆਪਣੇ ਪਰਸ ਵਿੱਚੋਂ 1000 ਦਾ ਨੋਟ ਕੱਢਿਆ, ਗੋਲ ਕੀਤਾ, ਸਿਗਰਟ ਲਾਈਟਰ ਨਾਲ ਬਾਲ ਕੇ ਗੁਆਚੀ ਚੀਜ਼ ਲੱਭਣ ਵਿੱਚ ਉਸ ਇਸਤਰੀ ਦਾ ਮਦਦਗਾਰ ਬਣ ਗਿਆ। ਧੰਨਵਾਦ।